खेती कानूनों के खिलाफ किसान जिथे लंबे समय तो संघर्ष कर रहे हैं, उत्थे ही अमृतसर की होली सिटी तो एक बार फिर वड्डा ट्रैक्टरों का काफला अमृतसर के विच मार्च कढ़न जा रहा। तस्वीरां तुसी होली सिटी दियां वेख सकते हो। पिछले लंबे समय तो किसान दिल्ली दियां बरूहां ते जिथे संघर्ष कर रहे हैं, उत्थे ही अमृतसर की होली सिटी तो एक वड्डा काफला ट्रैक्टर मार्च किसानां नूं एक बार फिर जागरूक करने वास्ते दिल्ली जाण दा होका देने वास्ते जिहड़ा वो ट्रैक्टर मार्च कढ़िया जा रहा। तुसीं वेख सकते हो कि पिंड वख-वख पिंडां दे विचों वड्डे पद्धर ते इत्थे होली सिटी दे विच ट्रैक्टर जिहड़े वो पहुँच रहे हैं। तुसीं वेख सकते हो कि ट्रैक्टरां दे उत्ते किस तरीके दे नाल किसानी दे झंडे लगे हुए हैं। वड्डे पद्धर ते ट्रैक्टर इत्थे इकट्ठे हो रहे हैं। गड्डियां कारां जिहड़ियां वो भी इत्थे पहुंचियां होईयां ने। हर गड्डी दे उत्ते किसानी दा जिहड़ा झंडा लगा होया ते एक बारी फिर केंद्र सरकार नूं जगाउण वास्ते वड्डे पद्धर ते ट्रैक्टरां दा काफला जिहड़ा वो कढ़िया जा रहा। तो साडे नाल राजन मान ने। मान साहब, अज किस तरह का काफला कढ़िया जा रहा तुहाडे वल्लों? ये बिल्कुल जी, अज असीं 10 महीने के करीब अरसा हो गया सानूं उत्थे दिल्ली दीयां सरहदां ते बैठिਆਂ नूं, ते अज असीं उस सरकार नूं दस देना चाहुंदे आ भी तूं 10 महीने किन्ना चाहे 10 साल भी साडे नाल चल ते असीं 10 सालां दी भी लड़ाई लड़न तैयार आ। ये उहनूं दसना चाहुंदे आ कि ये ना सोची कि असीं शांत हो गए आ भी 10 महीने तू सानूं चाहना वांगा भी हंब जाणगे ते ये घरां नूं बैठ जाणगे। ये उहनूं मैसेज देण लगे आ कि तूं अपने केक कट रहा ना जन्मदिन दे, साडीआं शहादतां दे साडे किसान वीर शहादतां दे रहे आ, उन्हां दे खून नाल तूं सिंज रिहा अपणीआं जिहड़ियां केक आ ते ये सिंजने बंद कर दे। असीं अज भी उदां ही जागरूक है जिद्दें अज तो 10 महीने पहले 26 नवंबर नूं जिद्दां गए सी ना, उस तो वध जोश दे नाल जिहड़े आ वो अज असीं इत्थे तैयार बैठे आ। असीं लोकां नूं होका देण आए आ, अपने वपारी भरावां नूं भी होका देण आए आ, मजदूरां सारिआं नूं होका देण आए आ भी ये लड़ाई कल्ली किसान दी लड़ाई नहीं जे, ये लड़ाई जिहड़ी आ ये समुची मानवता दी लड़ाई जे, समुचे देशवासियों दी लड़ाई जे। जे अज किसानी बर्बाद हो गई, किसान जिहड़ा वा वो फिर भी 2-4 साल कढ जाएगा, ਉਹਦੇ ਕੋਲ ਰੋਟੀ ਪਾਣੀ ਲਈ ਫਸਲ ਬੀਜ ਸਕਦਾ, ਪਰ ਜਿਹੜੇ ਦੂਸਰੇ ਆ ਉਹਨਾਂ ਦਾ ਗੁਜ਼ਾਰਾ ਬਿਲਕੁਲ ਨਹੀਂ ਹੋਣਾ। ਉਹਨਾਂ ਦੀ ਮੌਤ ਇੱਕ ਹਿਸਾਬ ਦੀ ਜੇ ਅੱਜ ਨਾ ਕੋਈ ਤੁਰੇ ਤੇ। ਮਾਨ ਸਾਹਿਬ ਜੀ, ਗੱਲ ਕਰੀਏ ਕਿ ਤੁਹਾਡਾ ਜਿਹੜਾ ਟਰੈਕਟਰ ਮਾਰਚ ਹੈ ਕਿੱਥੋਂ ਤੱਕ ਹੋ ਕੇ ਤੇ ਕਿੱਥੋਂ ਤੱਕ ਚੱਲੇਗਾ? ਇਹ ਸਾਡਾ ਟਰੈਕਟਰ ਮਾਰਚ ਜੀ ਇੱਥੋਂ ਚੱਲੇਗਾ ਅੰਮ੍ਰਿਤਸਰ ਹੋਲੀ ਸਿਟੀ ਤੋਂ ਚੱਲਣਾ ਵਾ। ਇੱਥੋਂ ਹੋ ਕੇ ਸ਼ਹਿਰ ਦੇ ਵਿੱਚ ਹਾਲਗੇਟ ਤੋਂ ਹੁੰਦਾ ਹੋਇਆ ਵੱਖ-ਵੱਖ ਖੇਤਰਾਂ ਦੇ ਵਿੱਚ ਸਾਰੇ ਸ਼ਹਿਰ ਟੋਟਲ ਅੰਮ੍ਰਿਤਸਰ ਸ਼ਹਿਰ ਦੇ ਸਾਰੀ ਜਿਹੜੀ ਬਾਉਂਡਰੀ ਆ ਕੀਮਾ ਵਾਲਾ ਭਗਤਾਂ ਵਾਲਾ ਉਹਨਾਂ ਸਾਰੇ ਏਰੀਆ ਦੇ ਵਿੱਚੋਂ ਹੁੰਦਾ ਹੋਇਆ ਜਿਹੜਾ ਲਾਲਸ ਰੋਡ ਮਾਰ ਰੋਡ ਇੱਥੋਂ ਵਾਪਸ ਆਏਗਾ। ਗੱਲ ਕਰੀਏ ਨਵਾਂ ਸਾਲ ਆਉਣ ਵਾਲਾ 26 ਜਨਵਰੀ ਇੱਕ ਵਾਰੀ ਫਿਰ ਦੁਬਾਰਾ ਆਉਣ ਵਾਲੀ ਆ, ਤੁਹਾਨੂੰ ਚਾਹੀਦਾ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਉਸੇ ਤਰ੍ਹਾਂ ਦਾ ਕੋਈ ਇੱਕ ਵਾਰੀ ਵੱਡਾ ਐਲਾਨ ਕਰਨਾ ਚਾਹੀਦਾ ਫਿਰ? ਨਹੀਂ ਵੇਖੋ, ਅਸੀਂ ਸਾਡਾ ਮਕਸਦ ਇਹ ਆ ਕਿ ਜੋ ਵੀ ਉੱਥੋਂ ਕਾਲ ਆਏਗੀ ਸੰਯੁਕਤ ਕਿਸਾਨ ਮੋਰਚੇ ਤੋਂ ਉਹਨੂੰ ਅਸੀਂ ਫੁੱਲ ਚੜਾਵਾਂਗੇ, ਕਿਉਂਕਿ ਅਸੀਂ ਹੁਣ ਪਿਛਲੀ ਜਿਹੜੀ 26 ਦਿਹਾੜੇ ਕੋਲ ਗਲਤੀ ਹੋਈ ਹੈ ਨਾ, ਅਸੀਂ ਉਹ ਗਲਤੀ ਦੁਹਰਾਉਣਾ ਨਹੀਂ ਚਾਹੁੰਦੇ, ਕਿਉਂਕਿ ਕੁਝ ਘੁਸਪੈਠੀਆਂ ਲੋਕਾਂ ਨੇ ਸਾਡੇ ਸੰਘਰਸ਼ ਨੂੰ ਤਾਰ-ਪੀੜ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਹੁਣ ਕਿਸੇ ਤਰ੍ਹਾਂ ਨਹੀਂ, ਅਸੀਂ ਪੂਰੀ ਤਰ੍ਹਾਂ ਅਵੇਅਰ ਹਾਂ, ਅਸੀਂ ਲੜਾਈ ਲੜਨੀ ਆ, ਨਾ ਕਿ ਅਸੀਂ ਉੱਥੇ ਜਾ ਕੇ ਆਪਣੇ ਸੰਘਰਸ਼ ਨੂੰ ਤਾਰ-ਪੀੜ ਹੋਣ ਦੇਣਾ। ਇਸ ਕਰਕੇ ਜੋ ਜਥੇਬੰਦੀਆਂ ਦਾ ਫੈਸਲਾ ਹੋਊ 26 ਜਨਵਰੀ ਨੂੰ ਜਾਣਾ ਆ, ਕੀ ਜਾਣਾ ਵਾ, ਜਿਸ ਤਰ੍ਹਾਂ ਦਾ ਵੀ ਸੁਨੇਹਾ ਹੋਊ, ਅੱਜ ਤੁਸੀਂ ਵੇਖ ਹੀ ਰਹੇ ਹੋ ਕਿ ਕਿੱਦਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਆ ਗਏ ਨੇ। ਤੇ ਕਿੰਨੇ ਕੁ ਟਰੈਕਟਰ ਜਿਹੜੇ ਅੱਜ ਹੋਲੀ ਸਿਟੀ ਤੋਂ ਰਵਾਨਾ ਹੋ ਰਹੇ ਨੇ, ਕਿੰਨੀਆਂ ਕੁ ਗੱਡੀਆਂ ਹੋ ਰਹੀਆਂ? ਇਹ ਮੇਰਾ ਖਿਆਲ ਵੀ 1000 ਤੋਂ ਪਲੱਸ ਹੋਏਗੀ ਟਰੈਕਟਰ ਤੇ ਕਾਰਾਂ ਦਾ ਕਾਫਲਾ ਜਿਹੜਾ ਇੱਥੋਂ ਰਵਾਨਾ ਹੋਏਗਾ, ਜਿਹਦੇ ਵਿੱਚ ਔਰਤਾਂ ਵੀ ਹੋਣਗੀਆਂ ਸ਼ਾਮਲ, ਬੱਚੇ ਵੀ ਹੋਣਗੇ ਸ਼ਾਮਲ, ਔਰ ਇਹਦੇ ਵਿੱਚ ਹਰ ਵਰਗ ਦੇ ਮਤਲਬ ਕਿ ਇੱਥੇ ਕਿਸਾਨਾਂ ਦੇ ਨਾਲ ਇੱਥੇ ਮਜ਼ਦੂਰ ਵਰਗ ਵੀ ਸ਼ਾਮਲ ਆ, ਵਪਾਰੀ ਵਰਗ ਵੀ ਹੋਏਗਾ, ਮੁਲਾਜ਼ਮ ਵਰਗ ਜਿਹੜਾ ਉਹ ਵੀ ਵਿੱਚ ਇਹਦੇ ਸ਼ਾਮਲ ਹੋਏਗਾ। ਟੋਟਲ ਸਾਰੇ ਲੋਕ ਜਿਹੜੇ ਇਹਦੇ ਵਿੱਚ ਸ਼ਾਮਲ ਹੋ ਰਹੇ, ਸ਼ਮੂਲੀਅਤ ਕਰ ਰਹੇ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਟਰੈਕਟਰਾਂ ਦਾ ਕਾਫਲਾ ਜਿਹੜਾ ਹੋਲੀ ਸਿਟੀ ਦੇ ਵਿੱਚ ਪਹੁੰਚ ਰਿਹਾ, ਤੇ ਕੁਝ ਸਮੇਂ ਬਾਅਦ ਜਿਹੜਾ ਇੱਥੋਂ ਕਾਫਲਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਦੱਸੇ ਜਾ ਰਹੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੋਂ ਟਰੈਕਟਰ ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਵਾਨਾ ਹੋਣਗੇ। ਤੇ ਰਾਜਨ ਮਾਨ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਪਿੰਡਾਂ ਦੇ ਵਿੱਚ ਜਿਹੜੇ ਆ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਸੀ ਕਿ ਆਪਣੇ ਹੱਕਾਂ ਲਈ ਇੱਕ ਵਾਰੀ ਫਿਰ ਦਿੱਲੀ ਨੂੰ ਜਗਾਉਣ ਦੀ ਲੋੜ ਹੈ। ਤਾਂ ਲੰਮੇ ਸਮੇਂ ਤੋਂ ਕਿਸਾਨ ਜਿਹੜੇ ਆ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ, ਤੇ ਅੱਜ ਫਿਰ ਅੰਮ੍ਰਿਤਸਰ ਦੀ ਹੋਲੀ ਸਿਟੀ ਤੋਂ ਇੱਕ ਵੱਡਾ ਕਾਫਲਾ, ਟਰੈਕਟਰਾਂ ਦਾ ਵੱਡਾ ਕਾਫਲਾ ਜਿਹੜਾ ਵਾ ਅੰਮ੍ਰਿਤਸਰ ਦੇ ਵਿੱਚ ਇੱਕ ਰੋਡ ਸ਼ੋਅ ਕਰੇਗਾ। ਕਿਸਾਨੀ ਮੁੱਦੇ ਨੂੰ ਲੈ ਕੇ ਅੰਮ੍ਰਿਤਸਰ ਦੀ ਹੋਲੀ ਸਿਟੀ ਤੋਂ ਵੱਡੇ ਪੱਧਰ ਤੇ ਅੱਜ ਟਰੈਕਟਰ ਮਾਰਚ ਅੰਮ੍ਰਿਤਸਰ ਦੀਆਂ ਵੱਖ-ਵੱਖ ਜਗ੍ਹਾ ਤੇ ਕੱਢਿਆ ਜਾ ਰਿਹਾ, ਜਿਸ ਟਰੈਕਟਰ ਮਾਰਚ ਦੇ ਵਿੱਚ ਹਜ਼ਾਰਾਂ ਟਰੈਕਟਰ ਗੱਡੀਆਂ ਭਾਗ ਲੈ ਰਹੀਆਂ। ਖਾਸ ਕਰਕੇ ਗੱਲ ਕਰੀਏ ਇਸ ਕਿਸਾਨੀ ਅੰਦੋਲਨ ਵਿੱਚ ਮਹਿਲਾਵਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਤੇ ਅੱਜ ਫਿਰ ਹੋਲੀ ਸਿਟੀ ਤੋਂ ਇੱਕ ਮਹਿਲਾਵਾਂ ਦਾ ਟਰੈਕਟਰ ਜਿਹੜਾ ਉਹ ਭਰਿਆ ਹੋਇਆ, ਤੇ ਅੱਜ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਣਗੇ। ਮੈਡਮ, ਕੀ ਕਹਿਣਾ ਚਾਹੋਗੇ? ਅੱਜ ਤੁਸੀਂ ਵੱਡੇ ਪੱਧਰ ਤੇ ਮਹਿਲਾਵਾਂ ਜਿਹੜੀਆਂ ਟਰੈਕਟਰ ਮਾਰਚ ਕੱਢ ਰਹੀਆਂ ਨਾਲ? हाँ जी, असी अज जी सारे महिलावां जिन्नियां भी होली सिटी दे ने और इलाके जिन्ने भी पंजाब दे जिन्ने भी पिंडां दे नेड़े नेड़े दे सारे इकट्ठे हो के असी जिहड़ा है
ਮੋਦੀ ਸਰਕਾਰ ਦੇ ਜ਼ੁਲਮਾਂ ਦੇ ਵਿਰੁੱਧ ਜਿਹੜਾ ਹੈ ਅਸੀਂ ਇਹ ਮਾਰਚ ਕੱਢ ਰਹੇ ਹਾਂ। ਔਰ ਇਸ ਮਾਰਚ ਦਾ ਮਕਸਦ ਜਿਹੜਾ ਹੈਗਾ ਸਾਡਾ ਕਿ ਅਸੀਂ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜਿੱਥੇ ਸਾਡੇ ਦਿੱਲੀ 'ਚ ਸਾਡੇ ਭਰਾ ਬੈਠੇ ਹੋਏ ਨੇ, ਸਾਡੇ ਫਾਦਰ ਬੈਠੇ ਹੋਏ ਨੇ, ਸੰਘਰਸ਼ ਕਰ ਰਹੇ ਨੇ, ਅਸੀਂ ਉਹਨਾਂ ਦੇ ਬਿਲਕੁਲ ਨਾਲ ਆ, ਮੋਢੇ ਨਾਲ ਮੋਢਾ ਜੋੜ ਕੇ ਅਸੀਂ ਨਾਲ ਆ ਔਰ ਉਹਦੇ ਤਾਨਾਸ਼ਾਹੀ ਨੂੰ ਜਿਹੜਾ ਠੱਲ ਪਾਉਣ ਦੇ ਲਈ ਇਹ ਮਾਰਚ ਕਰ ਰਹੇ ਹਾਂ। ਜੇ ਗੱਲ ਕਰੀਏ ਕੱਲ ਪੂਰੇ ਦੇਸ਼ ਦੇ ਵਿੱਚ ਬੀਜੇਪੀ ਆਗੂਆਂ ਦੇ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਜਨਮ ਦਿਨ ਮਨਾਇਆ ਗਿਆ ਸੀ, ਤਾਂ ਅੱਜ ਤੁਸੀਂ ਉਹਦਾ ਵਿਰੋਧ ਕਰ ਰਹੇ ਹੋ। ਬਿਲਕੁਲ ਜੀ, ਇਹ ਬੜੀ ਸ਼ਰਮਨਾਕ ਗੱਲ ਹੈਗੀ ਆ ਕਿ ਜਿਹੜੇ ਕਿਸਾਨ ਰੋਜ਼ੀ ਰੋਟੀ ਦੇ ਰਿਹਾ, ਜਿਹਦੀ ਦਿੱਤੀ ਹੋਈ ਰੋਟੀ ਉਹ ਖਾ ਰਿਹਾ ਹੈ, ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹਨਾਂ ਕਿਸਾਨਾਂ ਦੇ ਕਾਲੇ ਕਾਨੂੰਨ ਰੱਦ ਨਹੀਂ ਕਰ ਰਿਹਾ ਉਹ, ਔਰ ਉਹਦੇ ਆਪੋਜ਼ਿਟ ਜਿਹੜਾ ਸਗੋਂ ਆਪਣੇ ਜਨਮ ਦਿਨ ਮਨਾ ਰਿਹਾ। ਇਹ ਬਹੁਤ ਸ਼ਰਮ ਦੀ ਗੱਲ ਹੈ ਉਹਦੇ ਲਈ। ਜੇ ਗੱਲ ਕਰੀਏ 600 ਤੋਂ ਵੱਧ ਕਿਸਾਨਾਂ ਦੀਆਂ ਮੌਤਾਂ ਹੋ ਗਈਆਂ, ਬੀਤੇ ਕੱਲ ਵੀ ਅੰਮ੍ਰਿਤਸਰ ਦੇ ਵਿੱਚ ਕਿਸਾਨ ਦੀ ਮੌਤ ਹੋਈ ਆ, ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਤੁਸੀਂ? ਅਸੀਂ ਤਾਂ ਦੇਖੋ ਜੀ ਮੋਦੀ ਸਰਕਾਰ ਨੂੰ ਮੰਨਦੇ ਆ, ਅਡਾਨੀ ਅੰਬਾਨੀ ਨੂੰ ਮੰਨਦੇ ਆ, ਔਰ ਇਹ ਜਿਹੜੇ ਜਿਨ੍ਹਾਂ ਨੇ ਤਾਨਾਸ਼ਾਹੀ ਆਪਣੀ ਜਿਹੜੀ ਫੈਲਾਈ ਹੋਈ ਹੈ, ਔਰ ਬਿਲਕੁਲ ਕਿਸੇ ਦਾ ਵੀ ਜਿੰਨੇ ਵੀ ਸ਼ਹੀਦ ਹੋਏ ਨੇ ਪਤਾ ਕਰਨ ਨਹੀਂ ਆਏ, ਕਿਸੇ ਕੋਲੇ ਕੋਈ ਪੁੱਛਣ ਨਹੀਂ ਆਏ, ਗੱਲ ਕਰਨ ਨਹੀਂ ਆਏ ਕੋਈ ਵੀ, ਔਰ ਇਹਨਾਂ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੇ। ਬਿਲਕੁਲ ਸ਼ਰੇਆਮ ਅਸੀਂ ਕਹਿੰਦੇ ਆ ਕਿ ਮੋਦੀ ਸਰਕਾਰ ਜਿਹੜੀ ਹੈ ਇਹਦੇ ਅੱਜ ਦਾ ਜਿਹੜਾ ਟਰੈਕਟਰ ਮਾਰਚ ਆ ਹੋਲੀ ਸਿਟੀ ਤੋਂ ਕਿੱਥੇ ਕਿੱਥੇ ਜਾ ਰਿਹਾ ਤੇ ਸ਼ਹਿਰ ਦੇ ਕਿਹੜੇ ਕਿਹੜੇ ਜਗ੍ਹਾ ਤੇ ਜਾਏਗਾ? ਅਸੀਂ ਜੀ ਪ੍ਰੋਪਰ ਪੂਰੇ ਸ਼ਹਿਰ ਦੇ ਵਿੱਚ ਇੱਥੋਂ ਹਾਲਗੇਟ, ਲਾਰੈਂਸ ਰੋਡ, ਮੇਨ ਸਿਟੀ ਦੇ ਵਿੱਚ ਹੁੰਦੇ ਹੋਏ ਅਸੀਂ ਪੂਰੇ ਸ਼ਹਿਰ ਦੇ ਆਲੇ ਦੁਆਲੇ ਦਾ ਜਿਹੜਾ ਉਹ ਚੱਕਰ ਲੱਗ। ਕਿੰਨੇ ਕੁ ਟਰੈਕਟਰ ਗੱਡੀਆਂ ਦਾ ਕਾਫਲਾ ਹੋਏਗਾ? ਦੇਖੋ ਜੀ ਅਜੇ ਤੱਕ ਤੇ 150-200 ਟਰੈਕਟਰ ਹੋਏਗਾ ਔਰ 200-300 ਗੱਡੀਆਂ ਹੋਣਗੀਆਂ ਤੇ ਬਾਕੀ ਮੋਟਰਸਾਈਕਲਸ ਹੋਣਗੇ, 100-200 ਮੋਟਰਸਾਈਕਲ ਹੋਏਗਾ। ਲੱਗਦਾ ਕਿ ਅੱਜ ਜੋ ਅੰਮ੍ਰਿਤਸਰ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ, ਇਹਦੇ ਨਾਲ ਕੋਈ ਮੋਦੀ ਸਰਕਾਰ ਨੂੰ ਫਰਕ ਪਵੇਗਾ? ਬਿਲਕੁਲ ਜੀ, ਇਹ ਜਿਹੜਾ ਮੈਸੇਜ ਸਾਡਾ ਜਿਹੜਾ ਇਹ ਮੋਦੀ ਸਰਕਾਰ ਤੱਕ ਜ਼ਰੂਰ ਜਾਏਗਾ। ਮੋਦੀ ਸਰਕਾਰ ਦੀਆਂ ਜਿਹੜਾ ਜ਼ੁਲਮ ਕਰ ਰਿਹਾ, ਉਹ ਜਿਹੜਾ ਕਾਲੇ ਕਾਨੂੰਨ ਰੱਦ ਨਹੀਂ ਕਰ ਰਿਹਾ, ਇਹ ਆਵਾਜ਼ ਜਿਹੜੀ ਸਾਡੀ ਹੈ, ਅਸੀਂ ਆਵਾਜ਼ ਬੁਲੰਦ ਕਰ ਰਹੇ ਹਾਂ, ਜਿਹੜੀ ਉਹ ਇਹ ਆਵਾਜ਼ ਜਿਹੜੀ ਉਦੋਂ ਤੱਕ ਜ਼ਰੂਰ ਪਹੁੰਚੇਗੀ, ਉਹਦੇ ਕੰਨਾਂ ਤੱਕ ਜ਼ਰੂਰ ਪਹੁੰਚੇਗੀ। ਜਿਸ ਤਰ੍ਹਾਂ ਤੁਸੀਂ ਅੱਜ ਟਰੈਕਟਰ ਮਾਰਚ ਕੱਢ ਰਹੇ ਹੋ, ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਮੋਦੀ ਸਰਕਾਰ ਨਾ ਚੁੱਕੀ ਤਾਂ ਤੁਹਾਨੂੰ ਇਸੇ ਤਰ੍ਹਾਂ ਹੀ ਦਿੱਲੀ ਜਾਓਗੇ? ਬਿਲਕੁਲ ਜੀ, ਅਸੀਂ ਅੱਗੇ ਵੀ ਦਿੱਲੀ ਜਾ ਕੇ ਆਏ ਹਾਂ ਔਰ ਹੁਣ ਸਾਨੂੰ ਦੁਬਾਰਾ ਅਸੀਂ ਫਿਰ ਜਾਣੇ ਰਹਿੰਦੇ ਹਾਂ, 15-15 ਦਿਨ ਬਾਅਦ ਜਾਣੇ ਰਹਿੰਦੇ ਹਾਂ ਔਰ ਦੁਬਾਰਾ ਜਿਹੜਾ ਅਸੀਂ ਦਿੱਲੀ ਫਿਰ ਜ਼ਰੂਰ ਜਾਵਾਂਗੇ। ਸਾਡੇ ਨਾਲ ਕੁਝ ਹੋਰ ਵੀ ਮਹਿਲਾਵਾਂ ਨੇ, ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਵੱਲੋਂ ਜਿਹੜਾ ਟਰੈਕਟਰ ਮਾਰਚ ਕੱਢਿਆ ਜਾ ਰਿਹਾ? ਜੀ ਇਹ ਟਰੈਕਟਰ ਮਾਰਚ ਜਿਹੜਾ ਹੈਗਾ ਹੈ ਉਹ ਤਾਨਾਸ਼ਾਹੀ ਜਿਹੜੀ ਸਰਕਾਰ ਹੈ ਉਹਦੀ ਖਤਮ ਕਰਨ ਲਈ ਤੇ ਜਿਹੜੀ ਉਹਨਾਂ ਨੇ ਗਲਤ ਕਾਨੂੰਨ ਪਾਸ ਕੀਤੇ ਨੇ ਉਹਨੂੰ ਰੱਦ ਕਰਵਾਉਣ ਲਈ ਕੀਤਾ ਜਾਣ ਰਿਹਾ, ਤੇ ਜਿਹੜੇ ਕਿਸਾਨ ਉੱਧਰ ਬੈਠੇ ਨੇ ਇਹ ਉਹਨਾਂ ਦੀ ਹਿਮਾਇਤ ਕਰਨ ਲਈ ਤੇ ਨਾਲ ਹੀ ਇਹ ਜਿਹੜੇ ਸ਼ਹੀਦ ਹੋਏ ਨੇ ਇਹ ਉਹਨਾਂ ਨੂੰ ਇੱਕ ਸ਼ਰਧਾਂਜਲੀ ਵਜੋਂ ਇਹ ਤੇ ਬੂਸਟ ਕਰਨ ਲਈ ਇਹ ਸਾਰਾ ਕੁਝ ਕੀਤਾ ਜਾਣ ਰਿਹਾ। ਅੱਜ ਜਿਹੜਾ ਕਾਫਲਾ ਆਇਆ, ਕਿੰਨੇ ਕੁ ਟਰੈਕਟਰਾਂ ਗੱਡੀਆਂ ਦਾ ਕਾਫਲਾ ਜਿਹੜਾ ਹੋਲੀ ਸਿਟੀ ਤੋਂ ਰਵਾਨਾ ਹੋਊਗਾ? ਜੀ 200 ਕੁ ਟਰੈਕਟਰ ਹੋਣਗੇ ਤੇ ਨਾਲ ਹੀ ਕਈ 100-200 ਗੱਡੀਆਂ ਹੋਣਗੀਆਂ ਤੇ ਕੁਝ ਮੋਟਰਸਾਈਕਲ ਹੋਣਗੇ ਨਾਲ। ਜੀ ਗੱਲ ਕਰੀਏ ਕਿ ਖਾਸ ਕਰਕੇ ਕਿਸਾਨ ਵੀਰ ਇਸ ਵਿੱਚ ਹਮਾਇਤ ਕਰ ਰਹੇ ਨੇ, ਸਪੋਰਟ ਕਰ ਰਹੇ ਨੇ ਅੰਦੋਲਨ ਦੀ, ਤਾਂ ਇੱਥੇ ਮਹਿਲਾਵਾਂ ਦੀ ਕਿੰਨੀ ਕੁ ਗਿਣਤੀ ਜਿਹੜੀ ਅੱਜ? ਜੀ ਕਾਫੀ ਮਹਿਲਾਵਾਂ ਜੁੜੀਆਂ ਨੇ, ਕਿਉਂਕਿ ਮਹਿਲਾਵਾਂ ਵੀ ਤੇ ਉਹ ਕਿਸਾਨਾਂ ਦੇ ਪਰਿਵਾਰ ਨਾਲ ਸੰਬੰਧਿਤ ਰੱਖਦੀਆਂ ਨੇ ਤੇ ਨਾਲ ਹੀ ਉਹਨਾਂ ਦੇ ਕਈ ਵੀਰ ਭਰਾ ਤੇ ਕਈ ਪਿਤਾ ਉੱਧਰ ਬੈਠੇ ਨੇ, ਉਹਨਾਂ ਦੀ ਹਿਮਾਇਤ ਤੇ ਉਹਨਾਂ ਨੂੰ ਉਹ ਸਪੋਰਟ ਕਰਨ ਲਈ ਇਹ ਇਕਜੁੱਟ ਹੋਈਆਂ ਨੇ। ਜਿੱਥੇ ਗੱਲ ਕਰੀਏ ਕਿ ਬਹੁਤ ਸਾਰੇ ਬੀਜੇਪੀ ਦੇ ਜਿਹੜੇ ਨੇਤਾ ਨੇ ਉਹਨਾਂ ਵੱਲੋਂ ਵੀ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ। ਕੱਲ ਜਨਮ ਦਿਨ ਤੇ ਇਹ ਵੀ ਕਿਹਾ ਕਿ ਮੋਦੀ ਜੀ ਨੂੰ ਚਾਹੀਦਾ ਹੈ ਕਿ ਆਪਣੇ ਜਨਮ ਦਿਨ ਤੇ ਕਿਸਾਨਾਂ ਨੂੰ ਤੋਹਫਾ ਦੇ ਕੇ ਘਰ ਭੇਜ ਦੇਣਾ ਚਾਹੀਦਾ ਖੇਤੀ ਕਾਨੂੰਨ ਰੱਦ ਕਰਕੇ। ਬਿਲਕੁਲ ਜੀ, ਉਹਨਾਂ ਨੂੰ ਵੀ ਹੁਣ ਪਤਾ ਚੱਲ ਚੁੱਕਾ ਹੈ ਕਿ ਇਹ ਜਿਹੜੇ ਸਾਰੇ ਲੋਕ ਇਕਜੁੱਟ ਹੋ ਰਹੇ ਨੇ, ਇੱਕ ਮੁੱਠ ਹੋ ਰਹੇ ਨੇ, ਇਹ ਸਾਡੇ ਲਈ ਮਾੜੀ ਚੀਜ਼ ਹੈ। ਇਹ ਜਿਹੜੇ ਭਾਜਪਾ ਵਾਲੇ ਨੇ ਜਿਹੜੇ ਇਹਨਾਂ ਨੂੰ ਸਭ ਨੂੰ ਪਤਾ ਚੱਲ ਚੁੱਕਾ ਹੈ ਕਿ ਜੋ ਮੋਦੀ ਸਰਕਾਰ ਕਰ ਰਹੀ ਹੈ ਉਹ ਬਿਲਕੁਲ ਗਲਤ ਕਰ ਰਹੀ ਹੈ। ਇਸ ਕਰਕੇ ਜਿਹੜਾ ਹੈ ਉਹ ਉਸ ਨੂੰ ਇਹ ਕਰ ਰਹੇ ਨੇ, ਇਹ ਕਹਿ ਰਹੇ ਨੇ ਕਿ ਇਹ ਤੂੰ ਕਾਲੇ ਕਾਨੂੰਨ ਹੁਣ ਇਸ ਪਾਸੇ ਆ ਜਾ। ਕਾਫੀ ਫਰਕ ਪੈ ਚੁੱਕਾ ਹੈ, ਜਿਹੜੀ ਕਿਸਾਨ ਜਿਹੜੇ ਨੇ ਉਹ ਜਿੱਤ ਦੇ ਵੱਲ ਜਾ ਰਹੇ ਨੇ, ਬਿਲਕੁਲ ਜਿੱਤ ਦੇ ਉੱਪਰ ਖੜੇ ਨੇ। ਕਿਸਾਨ ਜਥੇਬੰਦੀ ਵੱਲੋਂ ਕੋਈ ਫੈਸਲਾ ਲਿਆ ਜਾ ਰਿਹਾ ਹੈ ਕਿ ਅਗਰ ਸਿਆਸੀ ਪਾਰਟੀਆਂ ਜੇ ਪਿੰਡਾਂ ਦੇ ਵਿੱਚ ਆਉਂਦੀਆਂ ਤੇ ਉਹਨਾਂ ਦਾ ਵਿਰੋਧ ਕੀਤਾ ਜਾਵੇ, ਉਹਨਾਂ ਨੂੰ ਵਾਪਸ ਮੋੜ ਦਿੱਤਾ ਜਾਵੇ। ਤੁਸੀਂ ਕਿਸੇ ਗੱਲ ਨਾਲ ਸਹਿਮਤ ਹੈਗੇ? ਬਿਲਕੁਲ ਜੀ, ਅਸੀਂ ਤੇ ਆਪ ਸਾਡੇ ਆਪਣੇ ਪਿੰਡਾਂ ਦੇ ਵਿੱਚ ਵੀ ਅਸੀਂ ਬੋਰਡ ਲਾਏ ਹੋਏ ਨੇ, ਪਿੰਡਾਂ ਦੇ ਬਾਹਰ ਲਾਏ ਹੋਏ ਨੇ ਔਰ ਕਿਹਾ ਹੋਇਆ ਹੈ ਕਿ ਕੋਈ ਵੀ ਜਿਹੜਾ ਸਰਕਾਰ ਦਾ ਬੰਦਾ ਹੈਗਾ, MLA ਜਾਂ MP ਹੈ, ਕੋਈ ਵੀ ਆਵੇ ਘਰ ਸਾਡੇ ਤੇ ਪਿੰਡ ਦੇ ਵਿੱਚ ਆਵੇ, ਤੁਹਾਨੂੰ ਵੜਨ ਨਾ ਦਿੱਤਾ ਜਾਵੇ। ਲੱਗਦਾ ਤੁਹਾਨੂੰ 2022 ਦੀਆਂ ਚੋਣਾਂ ਆਉਣ ਲੱਗੀਆਂ, ਸਰਕਾਰ ਨੂੰ ਜਾਂ ਹੋਰ ਸਿਆਸੀ ਪਾਰਟੀਆਂ ਨੂੰ ਕੋਈ ਵੱਡਾ ਫਰਕ ਪੈ ਸਕਦਾ ਇਸ ਅੰਦੋਲਨ ਦੇ ਨਾਲ? ਬਹੁਤ ਵੱਡਾ ਫਰਕ ਪਏਗਾ ਜੀ, ਇਸ ਦੇ ਨਾਲ ਬਹੁਤ ਵੱਡਾ ਫਰਕ ਪਏਗਾ, ਕਿਉਂਕਿ ਸਾਰੇ ਕਿਸਾਨ ਜਿੰਨੇ ਵੀ ਪੰਜਾਬ ਦੇ ਕਿਸਾਨ ਨੇ ਸਾਰੇ ਉਹ ਇਸ ਪਾਸੇ
ਮੂਵ ਹੋ ਚੁੱਕੇ ਨੇ। ਇਕੱਲੇ ਕਿਸਾਨ ਹੀ ਨਹੀਂ, ਜਿੰਨੇ ਵੀ ਮੱਧ ਵਰਗ ਹੈ, ਨਿਮਨ ਵਰਗ ਹੈ ਸਾਰਾ, ਭਾਵੇਂ ਉਹ ਵਪਾਰੀ ਨੇ, ਭਾਵੇਂ ਦੁਕਾਨਦਾਰ ਨੇ, ਭਾਵੇਂ ਮਜ਼ਦੂਰ ਹੈ, ਉਹ ਸਾਰੇ ਹੀ ਕਿਸਾਨਾਂ ਦੇ ਹੱਕ ਵਿੱਚ ਖੜੇ ਨੇ। ਜੇ ਗੱਲ ਕਰੀਏ ਕਿ ਸਰਕਾਰਾਂ ਦੇ ਵੱਲੋਂ ਆਪਣੀ ਚੋਣਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਲੀਡਰਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ, ਕਿਸਾਨੀ ਮੁੱਦੇ ਤੇ ਹਾਲੇ ਤੱਕ ਕਿਸੇ ਵੀ ਲੀਡਰ ਦਾ ਬਿਆਨ ਨਹੀਂ ਆਇਆ। ਦੇਖੋ ਜੀ, ਇਹ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ, ਕਿਉਂਕਿ ਉਹ ਆਪਣੇ ਅਕਾਵਾਂ ਤੋਂ, ਆਪਣੇ ਮਾਲਕਾਂ ਤੋਂ ਡਰਦੇ ਨੇ। ਸ਼ਾਇਦ ਇਹ ਕਾਰਨ ਹੈ ਕਿ ਉਹ ਕੋਈ ਵੀ ਬਿਆਨਬਾਜ਼ੀ ਜਿਹੜੀ ਨਹੀਂ ਦੇ ਰਹੇ। ਸੋ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਕਾਫਲਾ ਅੱਜ ਹੋਲੀ ਸਿਟੀ ਤੋਂ ਟਰੈਕਟਰ ਮਾਰਚ ਜਿਹੜਾ ਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਵਾਨਾ ਹੋਵੇਗਾ, ਤਾਂ ਜਿਸ ਦੇ ਵਿੱਚ ਖਾਸ ਕਰਕੇ ਮਹਿਲਾਵਾਂ ਵੀ ਵੱਡੀ ਗਿਣਤੀ ਦੇ ਵਿੱਚ ਭਾਗ ਲੈ ਰਹੀਆਂ। ਤਾਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।